ਮਾਝੇ ਦੇ ਅੰਦਰ ਹਾਲੇ ਤੱਕ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਝੋਨਾ ਲਗਾਉਣ ਦਾ। ਕੀ ਕਾਰਨ ਕੀ ਆ? ਕੀ ਲੱਗਦਾ ਕਿ ਜੋ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਹਦਾ ਇਸ ਤੇ ਅਸਰ ਪੈ ਰਿਹਾ? ਮੈਨੂੰ ਨਹੀਂ ਉਮੀਦ ਕਿਸੇ ਵੀ ਫੀਡਰ ਤੇ 8 ਘੰਟੇ ਬੱਤੀ ਚੱਲੀ ਹੋਏ, ਕਿਸੇ 2 ਘੰਟੇ, ਕਿਤੇ 5 ਘੰਟੇ, ਕਿਤੇ 3 ਘੰਟੇ। 3 ਘੰਟਿਆਂ ਦੇ ਵਿੱਚ ਇੰਨੀ ਜਿੰਨਾ ਚਿਰ ਬਾਰਿਸ਼ ਨਹੀਂ ਹੁੰਦੀ ਜੱਟ ਦਾ ਝੋਨਾ ਲਾਉਣਾ ਸੰਭਵ ਨਹੀਂ ਹੈ। ਮੌਜੂਦਾ ਸਰਕਾਰਾਂ ਕਿਸਾਨ ਨੂੰ ਮਾਰਨ ਲਈ ਤੁਲੀਆਂ ਹੋਈਆਂ, ਕੇਂਦਰ ਸਰਕਾਰ ਵੀ, ਪੰਜਾਬ ਸਰਕਾਰ ਵੀ। ਮੋਚਰ ਜ਼ਿਆਦਾ ਆ ਰਿਹਾ ਤੇ ਜਿੰਨਾ ਇਹ ਚੰਗੀ ਤਰ੍ਹਾਂ ਪੱਕਦੀ ਨਹੀਂ ਫਸਲ, ਇਹਨੂੰ ਵੱਢਣੀ ਨਹੀਂ, ਪਹਿਲੋਂ ਰੋਕ ਛੱਡੀ, ਮੁੜ ਕੇ ਜੇ ਜੱਟਾਂ ਨੇ ਉੱਥੇ ਸੁੱਟੀ ਆ ਤੇ ਹੁਣ ਆੜ੍ਹਤੀਆਂ ਕੋਲੋਂ ਨਹੀਂ ਖਰੀਦੀ ਇਹਨਾਂ। ਉਹਨਾਂ ਨੂੰ ਕਈ ਵਾਰ ਤਾਂ ਉਹਨਾਂ ਨੂੰ ਇਹ ਵੀ ਮੈਸੇਜ ਲੱਗ ਰਿਹਾ ਵੀ ਕਣਕ ਅਸੀਂ ਸਸਤੀ ਖਰੀਦਣੀ ਆ। ਆਉਣ ਵਾਲੇ ਸਮੇਂ 'ਚ ਕਿਸਾਨ ਦਾ ਆੜ੍ਹਤੀ ਨੇ ਵੀ ਸਾਥ ਨਹੀਂ ਦੇਣਾ। ਉਹਨੇ ਕਹਿਣਾ ਵੀ ਫਸਲ ਪੂਰੀ ਤਰ੍ਹਾਂ ਪੱਕੀ ਹੋਣੀ ਚਾਹੀਦੀ ਆ, ਫਸਲ ਸਹੀ ਹੋਣੀ ਚਾਹੀਦੀ ਆ। ਫਸਲ ਸਹੀ ਤਾਂ ਹੀ ਹੋ ਸਕੂ ਜੇ ਟਾਈਮ ਸਿਰ ਲੱਗੂ। ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤੇ ਪੰਜਾਬ ਸਰਕਾਰ ਪੂਰਾ ਸਾਥ ਦੇਵੇ। ਕੇਂਦਰ ਸਰਕਾਰ ਦਾ ਤਾਂ ਦੇਖ ਹੀ ਰਿਹਾ ਵੀ ਉਹ ਚਾਹੁੰਦੀ ਨਹੀਂ ਵੀ ਕਿਸਾਨ ਬਚ ਸਕੇ। ਪੰਜਾਬ ਸਰਕਾਰ ਦੇ ਕਹਿੰਦੀ ਅਸੀਂ ਕਿਸਾਨਾਂ ਦੇ ਹਤੈਸ਼ੀ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਮੱਸਿਆ ਆ ਰਹੀ ਹੈ। ਜੇਕਰ ਕਿਸਾਨ ਨੂੰ ਬਚਾਉਣਾ ਹੋਵੇ ਤਾਂ ਸਿਰਫ ਮੌਜੂਦਾ ਸਰਕਾਰਾਂ ਬਚਾ ਸਕਦੀਆਂ, ਪਰ ਮੌਜੂਦਾ ਸਰਕਾਰਾਂ ਦੀ ਇਹੋ ਜਿਹੀ ਮਖੌਟਾ ਪਹਿਨ ਕੇ ਅੰਦਰ ਖਾਤੇ ਕਿਸਾਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਵੱਲੋਂ ਟ੍ਰੇਨਾਂ ਡੱਕੀਆਂ ਗਈਆਂ ਸੀ, ਜਿਸ ਦਾ ਕਰਕੇ ਕੋਲੇ ਦੀ ਸਮੱਸਿਆ ਵੀ ਕਾਫੀ ਆਈ, ਤਾਂ ਹੁਣ ਬਿਜਲੀ ਨੂੰ ਵੀ ਬਣਾਉਣ ਦੀ ਸਮੱਸਿਆ ਸੀ। ਕੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਨੇ ਜਿਹੜਾ ਇਹ ਫੈਸਲਾ ਲਿਆ ਸੀ ਇਹ ਠੀਕ ਲਿਆ ਸੀਗਾ? ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਇੱਥੇ ਇਹ ਗੱਲ ਕਰਦਾ ਵਾਂ ਵੀ ਲੇਬਰ ਦੀ ਮਾਰ ਪੈਂਦੀ ਆ। ਮੈਂ ਨਰਵੈਰ ਜੀ ਉਹਦੇ ਨਾਲ ਜੇ ਲੇਬਰ ਦੀ ਮਾਰ ਪੈਂਦੀ ਆ ਤਾਂ ਕੋਲੇ ਦੀ ਮਾਰ ਵੀ ਪੈਂਦੀ ਆ, ਬਿਜਲੀ ਵੀ ਬਣਨੀ ਸੀ, ਉਹ ਵੀ ਸਮੱਸਿਆ ਲੰਮੇ ਸਮੇਂ ਤੋਂ ਰਹੀਆਂ। ਜੇ ਕਿਸਾਨ ਨੂੰ ਆਪਣੀ ਲੇਬਰ ਦੀ ਆ ਰਹੀ ਆ ਤਾਂ ਪੂਰਾ ਪੰਜਾਬ ਵਸਦਾ ਹੈ ਨਾ। ਪੰਜਾਬ ਦੇ ਵਿੱਚ ਹੋਰ ਵੀ ਲੋਕ ਵਸਦੇ, ਉਹਨਾਂ ਨੂੰ ਵੀ ਬਿਜਲੀ ਦੀ ਸਮੱਸਿਆ ਆਈ ਸੀ। ਮੈਂ ਕਿਸਾਨ ਇਕੱਲਾ ਆਪਣਾ ਨਾ ਵੇਖੇ, ਚਾਰੇ ਪਾਸੇ ਘੇ ਰਹਿ ਗਿਆ, ਆਖਰ ਤਾਂ ਰੱਸਾ ਹੀ ਫੜੇਗਾ ਨਾ ਉਹ। ਜਦੋਂ ਉਹਦਾ ਸਮਾਜ ਦੇ ਵਿੱਚ ਵਿਚਰਨ ਲਈ ਕੋਈ ਬਚਿਆ ਹੀ ਨਾ, ਸਾਰੇ ਪਾਸੇ ਉਹਦੀ ਬੇਇੱਜ਼ਤੀ ਹੋ ਗਈ। ਹਰ ਪਾਸੇ ਉਹਦਾ ਕੋਈ ਬੱਚਾ ਸੈੱਟ ਨਹੀਂ ਹੋਇਆ, ਬੱਚਾ ਪੜ੍ਹ ਨਹੀਂ ਸਕਿਆ, ਬੱਚੇ ਨੂੰ ਕੋਈ ਸਹੂਲਤ ਨਹੀਂ ਮਿਲੀ, ਕੋਈ ਨੌਕਰੀ ਨਹੀਂ ਮਿਲੀ, ਤੇ ਉਹ ਕਿਸਾਨ ਅਕਸਰ ਕਰੇਗਾ ਕੀ? ਲਾਸਟ ਉਹਦਾ ਹਥਿਆਰ ਰੱਸਾ ਬਚਦਾ। ਮੁੜ ਕੇ ਕਹਿੰਦੇ ਕਿਸਾਨ ਖੁਦਕੁਸ਼ੀਆਂ ਕਰਦੇ, ਖੁਦਕੁਸ਼ੀ ਮਜਬੂਰੀ ਵਸ ਹੋ ਕੇ ਕਰਦੇ। ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਨੂੰ ਸਰਕਾਰ ਵੱਲੋਂ 10 ਜੂਨ ਦਾ ਸਮਾਂ ਦਿੱਤਾ ਗਿਆ ਸੀ। ਅੱਜ 10 ਜੂਨ ਦਾ ਸਮਾਂ ਲੱਗ ਚੁੱਕਾ ਆ। ਜੇ ਗੱਲ ਮਾਝੇ ਦੀ ਕਰੀਏ ਤਾਂ ਮਾਝੇ ਦੇ ਅੰਦਰ ਝੋਨੇ ਲਗਾਉਣ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ। ਤਸਵੀਰਾਂ ਤੁਸੀਂ ਦੂਰ ਦੂਰ ਤੱਕ ਵੇਖ ਸਕਦੇ ਹੋ, ਬਿਲਕੁਲ ਜਿਹੜੀਆਂ ਪੈਲੀਆਂ ਉਹ ਖਾਲੀ ਪਈਆਂ ਨੇ। ਕੀ ਕਾਰਨ ਹੈ? ਕਿ ਕਰੋਨਾ ਮਹਾਮਾਰੀ ਕਰਕੇ ਜੋ ਪ੍ਰਵਾਸੀ ਮਜ਼ਦੂਰ ਆਪਣੇ ਵਤਨਾਂ ਨੂੰ ਵਾਪਸ ਗਏ ਸੀ, ਉਹਨਾਂ ਦਾ ਕਰਕੇ ਟ੍ਰੇਨਾਂ ਬੰਦ ਨੇ, ਉਹਨਾਂ ਦਾ ਕਰਕੇ ਝੋਨੇ ਲੇਟ ਨੇ, ਜਾਂ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦਾ ਕਰਕੇ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ, ਉਸ ਦਾ ਕਰਕੇ ਝੋਨੇ ਲੇਟ ਨੇ, ਜਾਂ ਫਿਰ ਬਿਜਲੀ ਪਾਣੀ ਦੀ ਸਮੱਸਿਆ ਆ ਰਹੀ ਆ। ਅਸੀਂ ਪੇਂਡੂ ਖੇਤਰ ਵਿੱਚ ਮੌਜੂਦ ਹਾਂ, ਕਿਸਾਨ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਨਿਰਵੈਲ ਸਿੰਘ ਜੀ। ਨਿਰਵੈਲ ਸਿੰਘ ਜੀ, ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਸਕਾਈ ਨਿਊਜ਼ ਪੰਜਾਬ 'ਚ। ਤੁਹਾਡਾ ਧੰਨਵਾਦ ਹੈ ਜੀ, ਤੁਸੀਂ ਇੱਥੇ ਆ ਕੇ ਕਿਸਾਨਾਂ ਦੀ ਗੱਲ ਕਰਨ ਦਾ ਮੌਕਾ ਦਿੱਤਾ ਹੈ। ਇਸ ਨਾਲ ਹੋ ਸਕਦਾ ਸਰਕਾਰਾਂ ਤੱਕ ਇਹ ਜਿਹੜੀ ਗੱਲ ਪਹੁੰਚ ਸਕੇ ਅਤੇ ਸਰਕਾਰਾਂ ਨੂੰ ਵੀ ਕੁਝ ਕਿਸਾਨਾਂ ਦਾ ਹੇਜ ਜਾਗ ਸਕੇ। ਜੀ ਨਿਰਵੈਲ ਸਿੰਘ ਜੀ, ਗੱਲ ਕਰੀਏ 10 ਜੂਨ ਦਾ ਸਰਕਾਰ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਝੋਨਾ ਲਾਉਣਾ ਸਟਾਰਟ ਕਰ ਦਿਓ। ਗੱਲ ਮਾਝੇ ਦੀ ਕਰੀਏ ਤਾਂ ਮਾਝੇ ਦੇ ਅੰਦਰ ਹਾਲੇ ਤੱਕ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਝੋਨਾ ਲਗਾਉਣ ਦਾ। ਕੀ ਕਾਰਨ ਕੀ ਆ? ਕੀ ਲੱਗਦਾ ਕਿ ਜੋ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਹਦਾ ਇਸ ਤੇ ਅਸਰ ਪੈ ਰਿਹਾ? ਨਹੀਂ, ਸੰਘਰਸ਼ ਦਾ ਇੱਥੇ ਕੋਈ ਅਸਰ ਨਹੀਂ ਹੈ ਜੀ। ਇੱਥੇ ਸੰਘਰਸ਼ ਆ ਸਰਕਾਰਾਂ ਦੀ ਅਣਗਹਿਲੀ। ਅਣਗਹਿਲੀ ਇਹ ਆ ਵੀ ਜਿਸ ਤਰ੍ਹਾਂ ਹੁਣ ਕੱਲ੍ਹ ਥੋੜ੍ਹੀ ਜਿਹੀ ਹਵਾ ਵਗੀ ਆ ਅਤੇ ਸਾਰੀਆਂ ਲਾਈਨਾਂ 'ਤੇ ਕਹਿ ਰਹੇ ਵੀ ਫਾਲਟ ਆ ਗਿਆ, ਕੋਈ ਲਾਈਨ ਨਹੀਂ ਚੱਲ ਰਹੀ। ਹਰ ਦਿਨ ਕੱਲ੍ਹ ਦੀ ਬੱਤੀ 8 ਘੰਟੇ ਸ਼ੁਰੂ ਹੋਈ ਆ। ਮੈਨੂੰ ਨਹੀਂ ਉਮੀਦ ਕਿਸੇ ਵੀ ਫੀਡਰ ਤੇ 8 ਘੰਟੇ ਬੱਤੀ ਚੱਲੀ ਹੋਏ, ਕਿਸੇ 2 ਘੰਟੇ, ਕਿਤੇ 5 ਘੰਟੇ, ਕਿਤੇ 3 ਘੰਟੇ। 3 ਘੰਟਿਆਂ ਦੇ ਵਿੱਚ ਇੰਨੀ ਜਿੰਨਾ ਚਿਰ ਬਾਰਿਸ਼ ਨਹੀਂ ਹੁੰਦੀ ਜੱਟ ਦਾ ਝੋਨਾ ਲਾਉਣਾ ਸੰਭਵ ਨਹੀਂ ਹੈ। ਇਸ ਕਰਕੇ ਜੇ ਇੱਥੇ ਗੱਲ ਕਰੀਏ ਬੈਕਗਰਾਊਂਡ ਕਿੱਥੇ ਸਰਕਾਰਾਂ ਦੀ ਆ। ਜਿਸ ਤਰ੍ਹਾਂ ਅਸੀਂ ਗੱਲ ਬਿਜਲੀ ਆਫਿਸ ਕਰਦੇ ਹਾਂ, ਉੱਥੋਂ ਜਵਾਬ ਮਿਲਦਾ ਹੈ ਵੀ ਇੱਥੇ ਕੋਈ ਮੁਲਾਜ਼ਮ ਨਹੀਂ ਆ। ਇੱਕ ਲਾਈਨ ਦੇ ਉੱਤੇ 3 ਲਾਈਨਮੈਨ ਜਿਹੜਾ ਇੱਕ ਹੈ, 3 ਲਾਈਨਾਂ ਦਿੱਤੀਆਂ ਉਹਨੂੰ। ਇੱਕ ਲਾਈਨ 'ਚ ਫਾਲਟ ਪੈਂਦਾ, ਉਹ 3 ਦਿਨ ਵੀ ਨਹੀਂ ਕੱਢ ਸਕਦਾ 3 ਲਾਈਨਾਂ ਦਾ ਫਾਲਟ। ਇੱਕ ਜਈ ਕੋਲ 10 ਫੀਡਰ ਨੇ। ਉੱਥੋਂ ਜਵਾਬ ਮਿਲਦਾ ਵੀ ਸਰਕਾਰਾਂ ਵੱਲੋਂ ਭਰਤੀ ਨਹੀਂ ਕੀਤੀ ਗਈ, ਮੁਲਾਜ਼ਮ ਨਹੀਂ ਹੈਗੇ, ਤੁਹਾਡਾ ਮਸਲਾ ਕਿਵੇਂ ਹੱਲ ਕਰ ਸਕੀਏ। ਇਸ ਕਰਕੇ ਜਿੱਥੇ ਨਾ ਕਿਤੇ ਪਿੱਛੇ ਮੌਜੂਦਾ ਸਰਕਾਰਾਂ ਕਿਸਾਨ ਨੂੰ ਮਾਰਨ ਲਈ ਤੁਲੀਆਂ ਹੋਈਆਂ, ਕੇਂਦਰ ਸਰਕਾਰ ਵੀ, ਪੰਜਾਬ ਸਰਕਾਰ ਵੀ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਜੇਕਰ
ਕਿਸਾਨ ਨੂੰ ਬਚਾਉਣਾ। ਕੇਂਦਰ ਸਰਕਾਰ ਤਾਂ ਆਲਰੇਡੀ ਮਾਰ ਰਹੀ ਹੈ, ਜੇ ਪੰਜਾਬ ਸਰਕਾਰ ਮਾਰਨਾ ਚਾਹੁੰਦੀ ਆ ਇਹ 'ਤੇ ਜ਼ਰੂਰ ਸੁਧਾਰ ਕਰੇ ਤਾਂ ਜੋ ਕਿਸਾਨ ਆਪਣੀ ਫਸਲ ਟਾਈਮ ਸਿਰ ਬੀਜ ਕੇ ਵੱਢ ਸਕੇ। ਨਿਰਵੈਰ ਜੀ, ਤੁਹਾਡਾ ਕਹਿਣਾ ਹੈ ਕਿ ਜੋ 10 ਜੂਨ ਤੱਕ ਝੋਨਾ ਹਲੇ ਲਾਉਣਾ ਨਹੀਂ ਸਟਾਰਟ ਹੋਇਆ, ਉਹਦੇ 'ਚ ਸਿੱਧੀ ਦੀ ਸਿੱਧੀ ਪੰਜਾਬ ਸਰਕਾਰ ਕਸੂਰਵਾਰ ਹੈ, ਕਿਉਂਕਿ ਬਿਜਲੀ ਦੀ ਸਮੱਸਿਆ ਆ ਰਹੀ ਤੁਹਾਨੂੰ। ਬਿਲਕੁਲ ਜੀ, ਬਿਜਲੀ ਸਪਲਾਈ ਨਹੀਂ ਮਿਲੂਗੀ, ਕਿਸਾਨ ਕਿਸ ਤਰ੍ਹਾਂ ਝੋਨਾ ਲਾਵੇਗਾ। ਅੱਜ ਕੱਲ੍ਹ ਦੀ ਬੱਤੀ ਸ਼ੁਰੂ ਹੋਣ ਕਰਕੇ ਅੱਜ ਤੁਸੀਂ ਵੇਖ ਲਓ ਸਾਰੇ ਖਾਲੀ ਪਏ ਆ। ਜੇਕਰ ਬੱਤੀ ਆਵੇ ਕਿਹਦਾ ਨਹੀਂ ਜੀ ਕਰਦਾ ਮੈਂ ਟਾਈਮ ਨਾਲ, ਵੇਖੋ ਮੇਰੀ ਕਿੰਨੀ ਪੁਰਾਣੀ ਪਨੀਰੀ ਹੋ ਚੁੱਕੀ ਹੈ। ਜੇਕਰ ਹੋਰ 2-4 ਦਿਨ ਬੱਤੀ ਨਾ ਆਈ ਤੇ ਪਨੀਰੀ ਖਰਾਬ ਹੋ ਜਾਣੀ ਹੈ। ਇਸ ਕਰਕੇ ਪਹਿਲ ਦੇ ਆਧਾਰ ਤੇ ਚਾਹੀਦਾ ਵੀ ਬਿਜਲੀ ਸਪਲਾਈ ਪੂਰੀ ਆ ਸਕੇ, ਜਾਂ ਇੱਥੇ ਅਜੇ ਆਉਣ ਵਾਲੀ ਮਾਰ ਜਿਹੜੀ ਕਿਸਾਨਾਂ ਨੂੰ ਹੋਰ ਵੱਡੀ ਝੱਲਣੀ ਪੈ ਸਕਦੀ ਆ, ਜਿਹੜੀ ਉਹ ਆ ਵੀ ਜਿਹੜਾ ਕਰੋਨਾ ਮਹਾਮਾਰੀ ਦੌਰਾਨ ਕਿਸੇ ਵੀ ਸਟੇਟ ਤੋਂ ਪ੍ਰਵਾਸੀ ਭਾਰਤੀ ਜਿਹੜੇ ਆ ਲੇਬਰ ਹੈ ਨਹੀਂ ਆ ਰਹੀ। ਜਦੋਂ ਥੋੜੀ ਬਾਰਿਸ਼ ਹੋ ਗਈ, ਲੇਬਰ ਦੀ ਸਮੱਸਿਆ ਹੋਣ ਕਰਕੇ ਕਈ ਦਿਨ ਕਿਸਾਨਾਂ ਦੇ ਜਿਹੜੇ ਆ ਕੱਦੂ ਪਏ ਰਹਿ ਸਕਦੇ ਆ। ਇਸ ਕਰਕੇ ਬਾਰ-ਬਾਰ ਉਹਨਾਂ ਨੂੰ ਕੱਦੂ ਮਾਰਨ ਲਈ ਲੇਬਰ ਤੇਲ ਮਹਿੰਗੇ ਭਾਅ ਦਾ ਫੂਕਣਾ ਪੈ ਸਕਦਾ ਹੈ। ਝੋਨਾ ਤਾਂ ਲੇਟ ਹੋਣਾ ਹੀ ਹੋਣਾ ਹੈ, ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਤੰਗੀਆਂ ਤੁਲਸੀਆਂ ਝੱਲਣੀਆਂ ਪੈ ਸਕਦੀਆਂ ਨੇ। ਕਰੋਨਾ ਕਾਲ ਦੀ ਗੱਲ ਕਰਾਂਗੇ ਤਾਂ ਟ੍ਰੇਨਾਂ ਬਿਲਕੁਲ ਬੰਦ ਪਈਆਂ ਨੇ। ਪਹਿਲਾਂ ਪ੍ਰਵਾਸੀ ਮਜ਼ਦੂਰ ਜਿਹੜੇ ਸੀ ਹਰ ਰੋਜ਼ ਦੀ ਤਰ੍ਹਾਂ ਕਾਫੀ ਇੱਧਰ ਪੰਜਾਬ ਦੇ ਅੰਦਰ ਆਉਂਦੇ ਸੀ, ਝੋਨਾ ਲਾਉਣ ਵਾਸਤੇ ਕਿਸਾਨ ਨੂੰ ਸੌਖਾ ਹੋ ਜਾਂਦਾ ਸੀ। ਬਿਲਕੁਲ ਪ੍ਰਵਾਸੀ ਮਜ਼ਦੂਰ ਜਿਹੜਾ ਪੰਜਾਬ ਦੇ ਵਿੱਚ ਕਿਤੇ ਦਿਖ ਨਹੀਂ ਰਿਹਾ। ਕੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਝੋਨੇ ਦੀ ਲਵਾਈ ਜਾਂ ਬੱਤੀ ਜੇ ਸਰਕਾਰ ਨੇ ਦੇ ਵੀ ਦਿੱਤੀ ਤਾਂ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ? ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਹੈ, ਪਰ ਇਹ ਨਹੀਂ ਵੀ ਸਾਡੀ ਪੰਜਾਬ 'ਚ ਲੇਬਰ ਨਹੀਂ ਹੈ। ਲੇਬਰ ਜਿਹੜੀ ਆ ਯਕਦਮ ਉਹਨੂੰ ਪੂਰਾ ਨਹੀਂ ਫੜਾ ਸਕਦੀ, ਕਿਉਂਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਲੇਬਰ ਦੀ ਘਾਟ ਮੋਸਟਲੀ ਆਉਣੀ ਹੈ। ਜੇਕਰ ਲੇਬਰ ਪੂਰੀ ਨਾ ਹੋਈ, ਕਿੰਨੇ ਦਿਨ 15 ਦਿਨ ਝੋਨਾ ਲੇਟ ਹੋ ਗਿਆ, ਉੱਥੇ ਝਾੜ 'ਤੇ ਵੀ ਮਾੜਾ ਅਸਰ ਪਵੇਗਾ। ਮੁੜ ਕੇ ਜਿਹੜੀ ਆ ਜਿਸ ਤਰ੍ਹਾਂ ਹੁਣ ਕਣਕ ਦਾ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਇਹ ਮੌਚਰ ਜ਼ਿਆਦਾ ਆ ਰਿਹਾ ਤੇ ਜਿੰਨਾ ਇਹ ਚੰਗੀ ਤਰ੍ਹਾਂ ਪੱਕਦੀ ਨਹੀਂ ਫਸਲ, ਇਹਨੂੰ ਵੱਢਣੀ ਨਹੀਂ, ਪਹਿਲੋਂ ਰੋਕ ਛੱਡੀ। ਮੁੜ ਕੇ ਜੇ ਜੱਟਾਂ ਨੇ ਉੱਥੇ ਸੁੱਟੀ ਆ ਮਤਲਬ ਸੁਕਾ ਕੇ ਕਣਕ, ਤੇ ਹੁਣ ਆੜਤੀਆਂ ਕੋਲੋਂ ਨਹੀਂ ਖਰੀਦੀ ਇਹਨਾਂ। ਆੜਤੀ ਜਿਹੜੇ ਆ ਹੁਣ ਤੱਕ ਮੰਡੀਆਂ 'ਚ ਰੁਲ ਰਹੇ ਆ। ਇਸ ਕਰਕੇ ਉਹਨਾਂ ਨੂੰ ਕਈ ਵਾਰ ਤਾਂ ਉਹਨਾਂ ਨੂੰ ਇਹ ਵੀ ਮੈਸੇਜ ਲੱਗ ਰਿਹਾ ਵੀ ਕਣਕ ਅਸੀਂ ਸਸਤੀ ਖਰੀਦਣੀ ਆ, ਜੇ ਭਾਅ ਤੁਸੀਂ ਖਰੀਦੀ ਇਹ ਭਾਅ ਨਹੀਂ ਲੈਣੀ। ਇਸ ਕਰਕੇ ਆਉਣ ਵਾਲੇ ਸਮੇਂ 'ਚ ਕਿਸਾਨ ਦਾ ਆੜਤੀ ਨੇ ਵੀ ਸਾਥ ਨਹੀਂ ਦੇਣਾ। ਉਹਨੇ ਕਹਿਣਾ ਵੀ ਫਸਲ ਪੂਰੀ ਤਰ੍ਹਾਂ ਪੱਕੀ ਹੋਣੀ ਚਾਹੀਦੀ ਆ, ਫਸਲ ਸਹੀ ਹੋਣੀ ਚਾਹੀਦੀ ਆ। ਫਸਲ ਸਹੀ ਤਾਂ ਹੀ ਹੋ ਸਕੂ ਜੇ ਟਾਈਮ ਸਿਰ ਲੱਗੂ। ਜੇਕਰ ਫਸਲ ਟਾਈਮ ਸਿਰ ਲੱਗਦੀ ਨਹੀਂ, ਉਹਨੂੰ ਸਹੀ ਪੱਕੂ ਕਿੱਦਾਂ, ਮੌਚਰ ਕਿੱਦਾਂ ਸਹੀ ਆਊਗਾ। ਇਸ ਕਰਕੇ ਜੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਜਿਹੜਾ ਕਿਸਾਨ ਹੈ ਰਾਹ ਕਿਰਾਏ ਪੈ ਗਿਆ, ਉਹ ਆਪਣੀ ਫਸਲ ਨੂੰ ਟਾਈਮ ਸਿਰ ਪਰਵਰਿਸ਼ ਦੇ ਕੇ ਕਿੱਦਾਂ ਪਾਲ ਸਕਦਾ। ਜੇ ਤੁਹਾਡੇ ਕਹਿੰਦਾ ਮਤਲਬ ਕਿ ਝੋਨਾ ਲੇਟ ਹੁੰਦਾ ਤਾਂ ਉਹਦੀ ਜਿਹੜੀ ਆ ਝਾੜ ਘੱਟ ਨਿਕਲੂਗਾ, ਤਾਂ ਉਸ ਸਮੇਂ ਆੜਤੀਏ ਦੇ ਨਾਲ ਵੀ ਜਿਹੜਾ ਆ ਰਿਸ਼ਤਾ ਟੁੱਟ ਸਕਦਾ ਹੈ ਕਿਸਾਨ ਦਾ। ਬਿਲਕੁਲ ਜੀ, ਪਹਿਲਾਂ ਹੀ ਟੁੱਟਾ ਹੋਇਆ। ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਉਹਨੇ ਤਾਂ ਵੈਸੇ ਹੀ ਜੱਟ ਤੇ ਆੜਤੀ ਦਾ ਰਿਸ਼ਤਾ ਖਤਮ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਐਰਕਾਂ ਹੀ ਵੇਖੋ ਵੀ ਜੇ ਉਹ ਪੈਲੀ ਠੇਕੇ ਤੇ ਲੈਂਦੇ ਸੀ ਕਿਸਾਨ, ਉਹਨਾਂ ਨੇ ਵੀ ਨਾ ਕਰ ਦਿੱਤੀ ਆ ਵੀ ਜਿਹੜਾ ਸਾਰਾ ਠੇਕਾ ਜਿਹੜੀ ਜਿਸ ਦੇ ਮਤਲਬ ਫਰਦਾਂ ਦੇ ਆਧਾਰ ਤੇ ਜਿੰਨੀ ਵੀ ਫਸਲ ਵਿਕੂਗੀ ਉਹ ਮਾਲਕ ਦੇ ਮਤਲਬ ਅਕਾਊਂਟ 'ਚ ਆਏਗੀ। ਉਹ ਕੋਈ ਵੀ ਬੰਦਾ ਜਿਹੜਾ ਠੇਕੇ ਤੇ ਲੈ ਕੇ ਖੁਸ਼ ਨਹੀਂ ਆ। ਠੇਕਾ ਵੀ ਦਿਨੋਂ ਦਿਨ ਘਟ ਰਿਹਾ, ਪੈਲੀਆਂ ਦੀ ਕੀਮਤ ਤਾਂ ਘਟ ਹੀ ਰਹੀ ਆ। ਜਦੋਂ ਦਾ ਮੋਦੀ ਸਰਕਾਰ ਨੇ 3 ਬਿੱਲ ਜਿਹੜੇ ਪਾਸ ਕੀਤੇ ਹੋਏ ਆ, ਇਹਦਾ ਕਰਕੇ ਪੈਲੀ ਜਿੱਥੇ 40 ਲੱਖ ਦੀ ਸੀ ਕਿਸਾਨ ਦੀ ਏਕੜ, ਹੁਣ 15 ਤੋਂ 17 ਦੇ ਵਿੱਚ ਆ ਗਈ ਹੈ। ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਉਮੀਦ ਵੀ ਕੋਈ 10 ਲੱਖ ਵੀ ਇਹਦਾ ਮੁੱਲ ਭਰ ਸਕੇ। ਜੇ ਗੱਲ ਕਰੀਏ ਕਿਸਾਨੀ ਸੰਘਰਸ਼ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ, ਤੁਸੀਂ ਵੀ ਉਸ ਸੰਘਰਸ਼ ਦਾ ਹਿੱਸਾ ਬਣੇ ਹੋਗੇ। ਗੱਲ ਕਰੀਏ ਤਾਂ ਹੁਣ ਝੋਨੇ ਦੀ ਲਵਾਈ ਜਿਹੜੀ ਆ ਸਟਾਰਟ ਹੋ ਗਈ ਆ, ਤਾਂ ਕਿਤੇ ਨਾ ਕਿਤੇ ਉਸ ਸੰਘਰਸ਼ ਦਾ ਕਰਕੇ ਵੀ ਝੋਨੇ ਦੀ ਲਵਾਈ ਤੇ ਫਰਕ ਪਵੇਗਾ? ਬਿਲਕੁਲ ਨਹੀਂ। ਇਸ ਕਰਕੇ ਜੇ ਕਿਸਾਨ ਦੇ 3 ਭਰਾ ਦਿੱਲੀ ਬੈਠੇ ਆ ਨਾ, ਇੱਕ ਭਰਾ ਜ਼ਰੂਰ ਪਿੱਛੇ ਖੇਤੀਬਾੜੀ ਨੂੰ ਸਾਂਭਣ ਵਾਸਤੇ ਆ, ਉਹ ਬਿਜਾਈ ਤਾਂ ਕਰਵਾਏਗਾ। ਮਤਲਬ ਕੰਮ ਜਿਹੜਾ ਲੇਬਰ ਨੇ ਕਰਨਾ। ਟਰੈਕਟਰ ਤੇ ਇੱਕ ਟਰੈਕਟਰ ਸਾਰੀ ਦਿਹਾੜੀ ਚੱਲਦਾ ਰਹੇ ਨਾ, ਉਹ 50 ਕਿੱਲੇ ਵੀ ਇੱਕ ਦਿਨ 'ਚ ਬਣਾ ਸਕਦਾ ਹੈ। ਪਰ ਗੱਲ ਫਿਰ ਲੇਬਰ ਤੇ ਆਉਣੀ ਹੈ। ਲੇਬਰ ਜਦੋਂ ਬਾਹਰੋਂ ਪ੍ਰਵਾਸੀ ਭਾਰਤੀ ਨਹੀਂ ਆਉਣਗੇ, ਉਹਦਾ ਕਰਕੇ ਬਹੁਤ ਮਾੜਾ ਅਸਰ ਪਵੇਗਾ ਝੋਨੇ ਤੇ। ਜੇ ਗੱਲ ਕਰੀਏ ਜੇ ਮਜ਼ਦੂਰ ਪ੍ਰਵਾਸੀ ਨਹੀਂ ਆਉਂਦੇ ਤਾਂ ਕਿਸੇ ਵੇਲੇ ਕਿਸਾਨ ਖੁਦ ਵੀ ਪਿਛਲੀ ਵਾਰ ਦੇਖਿਆ ਸੀ ਕਿ ਪਿਛਲੀ ਵਾਰੀ ਕਰੋਨਾ ਕਾਲ ਦੇ ਵਿੱਚ ਕਿਸਾਨਾਂ ਨੇ ਖੁਦ ਆਪਣੀਆਂ ਫੈਮਲੀਆਂ ਲੈ ਕੇ ਪਰਿਵਾਰ ਲੈ ਕੇ ਝੋਨੇ ਦੇ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਵੱਲੋਂ ਝੋਨਾ ਲਗਾਇਆ ਗਿਆ। ਜੇ ਸੰਘਰਸ਼ ਦੇ ਵਿੱਚ ਬੈਠੇ ਨੇ ਤਾਂ ਫਿਰ ਲੱਗਦਾ ਨਹੀਂ ਆ ਕਿ ਝੋਨਾ ਲਾਉਣਾ ਖੁਦ ਨੂੰ ਵੀ ਮੁਸ਼ਕਲ ਹੋ ਜਾਏਗਾ। ਖੇਤਾਂ 'ਚ ਕੰਮ ਤੁਸੀਂ ਵੀ ਕਰ ਰਹੇ ਹੋ, ਪਨੀਰੀ ਨੂੰ ਸਫਾਈ ਕਰਨੀ, ਦਵਾਈਆਂ ਪਾਉਣੀਆਂ, ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ। ਬਿਲਕੁਲ ਆ ਸਕਦੀਆਂ ਜੀ, ਇਹ ਸੰਭਵ ਨਹੀਂ ਹੈ। ਜੇ ਇਸ ਘਰ ਦੇ 4 ਮੈਂਬਰ ਆ, 3 ਮੈਂਬਰ ਜਿਹੜੇ ਦਿੱਲੀ ਬੈਠੇ ਆ, ਉਹ ਇੱਥੇ ਕਿੱਦਾਂ ਕੰਮ ਕਰ ਲੈਣਗੇ? ਇਹ ਸਾਰਾ ਹੀ ਅਸਰ ਜਿਹੜਾ ਨਾ
ਕਿਸਾਨੀ ਤੇ ਕੇਂਦਰ ਸਰਕਾਰ ਦਾ ਪੈ ਰਿਹਾ। ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਮਾੜੀਆਂ ਹੋ ਚੁੱਕੀਆਂ ਕਿਸਾਨ ਪ੍ਰਤੀ, ਇਹ ਚਾਹੁੰਦੀ ਆ ਵੀ ਕਿਸਾਨ ਖਤਮ ਹੋ ਜਾਵੇ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤੇ ਪੰਜਾਬ ਸਰਕਾਰ ਪੂਰਾ ਸਾਥ ਦੇਵੇ। ਕੇਂਦਰ ਸਰਕਾਰ ਦਾ ਤਾਂ ਦੇਖ ਹੀ ਰਿਹਾ ਵੀ ਉਹ ਚਾਹੁੰਦੀ ਨਹੀਂ ਵੀ ਕਿਸਾਨ ਬਚ ਸਕੇ। ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ, ਬਿਜਲੀ ਦੀ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਇਸ ਸਮੇਂ ਬਿਜਲੀ ਨਹੀਂ ਦੇ ਰਹੀ, 8 ਘੰਟੇ ਬਿਜਲੀ ਆ ਉਹ ਵੀ ਪੂਰੀ ਨਹੀਂ ਆ ਰਹੀ। ਕਿ ਪੰਜਾਬ ਸਰਕਾਰ ਤੇ ਕਹਿੰਦੀ ਅਸੀਂ ਕਿਸਾਨਾਂ ਦੇ ਹਤੈਸ਼ੀ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਮੱਸਿਆ ਆ ਰਹੀ ਹੈ। ਬਿਲਕੁਲ ਆ ਰਹੀ ਹੈ ਜੀ। ਪੰਜਾਬ ਸਰਕਾਰ ਨੂੰ ਜਿਹੜਾ ਸਟੇਟ ਦੀ ਸਰਕਾਰ ਹੈ ਨਾ, ਇਹਨੇ ਵੇਖਣਾ ਵੀ ਮੈਨੂੰ ਕਿੱਥੇ ਪੁਰਜ਼ੋਰਤਾ ਦੀ ਲੋੜ ਆ। ਜਿਸ ਤਰ੍ਹਾਂ ਮੁਲਾਜ਼ਮਾਂ ਦੀ ਲੋੜ ਹੈ, ਮੁਲਾਜ਼ਮ ਭਰਤੀ ਕਰਨੇ ਚਾਹੀਦੇ ਆ। ਜੇਕਰ ਕਿਸਾਨਾਂ ਨੂੰ ਸੰਦਾਂ ਦੀ ਲੋੜ ਆ, ਇਹਨਾਂ ਨੂੰ ਸੰਦ ਵੱਧ ਤੋਂ ਵੱਧ ਸਬਸਿਡੀਆਂ 'ਤੇ ਦੇਣੇ ਚਾਹੀਦੇ ਆ। ਜੇਕਰ ਕਿਸਾਨਾਂ ਨੂੰ ਖਾਦਾਂ 'ਤੇ ਮਤਲਬ ਬੀਆਂ 'ਤੇ ਸਬਸਿਡੀ ਦੀ ਲੋੜ ਹੈ, ਉਹ ਮਿਲਣੀ ਚਾਹੀਦੀ। ਹੁਣ ਜਿੱਦਾਂ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਵੱਲੋਂ DAP ਜਿਹੜੀ ਖਾਦ ਆ, ਉਹਦੇ ਉੱਤੇ ਯਕਦਮ ਹੀ 700 ਤੋਂ 500-700 ਰੁਪਈਆ ਰੇਟ ਵਧਾ ਦਿੱਤਾ ਗਿਆ ਸੀਗਾ, ਪਰ ਹੁਣ ਉਹਨੂੰ ਸਬਸਿਡੀ ਦੇ ਰੂਪ 'ਚ ਦੇ ਦਿੱਤਾ ਗਿਆ। ਉਹ ਕਿਸੇ ਵੇਲੇ ਵੀ ਮਤਲਬ ਕਿਸਾਨ 'ਤੇ ਕੁਹਾੜਾ ਉਹ ਚੱਲ ਸਕਦਾ, ਜਿਸ ਕਰਕੇ ਬਹੁਤ ਵੱਡਾ ਬੋਝ ਹੋਵੇਗਾ। ਇਹਨੇ 72 ਰੁਪਈਏ ਕੱਲ੍ਹ ਰੇਟ ਵਧਾਇਆ ਮੋਦੀ ਸਰਕਾਰ ਨੇ, 72 ਰੁਪਈਏ ਕੁਆਂਟਲ ਪਿੱਛੇ ਰੇਟ ਵਧਾ, ਪਰ 700 ਤੋਂ ਲੈ ਕੇ 500 ਰੁਪਈਆ ਇੱਕ ਬੋਰੀ ਪਿੱਛੇ ਰੇਟ ਵਧਿਆ। ਉਹ ਇਸ ਦੇ ਮੁਕਾਬਲੇ ਤੁਸੀਂ ਆਪ ਹੀ ਕੰਪੈਰੀਜ਼ਨ ਕਰ ਲਓ ਵੀ ਸਹੀ ਆ। ਚਲੋ ਠੀਕ ਹੈ, ਰੇਟ ਨਹੀਂ ਵਧਾਉਣੇ, ਸਾਨੂੰ ਸਾਡੇ ਬੀਜਾਂ 'ਤੇ, ਖਾਦਾਂ 'ਤੇ, ਦਵਾਈਆਂ 'ਤੇ ਵੱਧ ਤੋਂ ਵੱਧ ਸਬਸਿਡੀ ਮਿਲੇ, ਤਾਂ ਜੋ ਕਿਸਾਨ ਆਪਣੀ ਕਿਸਾਨੀ ਕਰਕੇ ਬੱਚੇ ਪਾਲ ਸਕੇ। ਕਿਉਂ ਤੁਸੀਂ ਗੱਲ ਕੀਤੀ ਆ ਕਿ ਹਨੇਰੀ ਆਉਂਦੀ ਆ, ਲਾਈਨਾਂ 'ਚ ਫਾਲਟ ਪੈ ਜਾਂਦੇ ਆ, ਬਿਜਲੀ ਮਹਿਕਮੇ ਦੇ ਕੋਲ ਮੁਲਾਜ਼ਮ ਹੈ ਨਹੀਂ। ਜੇ ਬਿਜਲੀ ਮਹਿਕਮੇ ਦੇ ਕੋਲ ਮੁਲਾਜ਼ਮ ਹੈ ਨਹੀਂ, ਕਿਸਾਨਾਂ ਦੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਖੇਤਾਂ ਦੀ ਬਿਜਲੀ ਜਿਹੜੀ ਬੰਬੀਆਂ ਦੇ ਮੀਟਰ ਜਿਹੜੇ ਆ ਉਹ ਫ੍ਰੀ ਕੀਤੇ ਹੋਏ ਨੇ, ਤਾਂ ਪੰਜਾਬ ਸਰਕਾਰ ਕਿੱਥੋਂ ਖਰਚੇ ਦੇਗੀ? ਆਪਾਂ ਮੀਟਰ ਜਿਹੜੇ ਆ ਸਾਡੇ ਹੈ ਨਹੀਂ, ਬਿਜਲੀ ਦਾ ਅਸੀਂ ਬਿੱਲ ਨਹੀਂ ਦੇ ਰਹੇ ਖੇਤੀ ਨੂੰ। ਕਿਵੇਂ ਵੇਖਦੇ ਹੋ, ਸਰਕਾਰ ਤਨਖਾਹਾਂ ਕਿੱਥੋਂ ਭਰੇਗੀ ਮੁਲਾਜ਼ਮ ਹੋ ਰੱਖ ਕੇ? ਮੁਲਾਜ਼ਮ ਜਿਹੜਾ ਤਨਖਾਹਾਂ ਸਰਕਾਰਾਂ ਨੇ ਸਾਰਾ ਕੁਝ ਸਹੂਲਤ ਦੇਣੀ ਹੁੰਦੀ ਆ। ਬਾਕੀ ਜੇ ਕਿਸਾਨਾਂ ਦੇ ਉੱਤੇ ਇੰਨਾ ਬੋਝ ਪੈ ਰਿਹਾ, ਜਿੱਦਾਂ ਤੁਹਾਡਾ ਪਹਿਲਾਂ ਖਾਦ ਦੀ ਗੱਲ ਕੀਤੀ ਹੈ, ਦਵਾਈ ਦੇ ਉੱਤੇ GST ਕਿੰਨੀ ਲਾ ਦਿੱਤੀ ਹੈ, 18% ਕਈਆਂ ਦਵਾਈਆਂ ਤੇ GST ਸਾਡੇ ਕੋਲੋਂ ਲੈ ਰਹੇ ਆ। ਉਹ ਜਿਹੜਾ ਖਰਚਾ ਵਾ ਉਹ ਮੁਲਾਜ਼ਮਾਂ 'ਤੇ ਨਹੀਂ ਨਿਕਲ ਸਕਦਾ। ਜਿਹੜੀ ਜੇ ਆਪਾਂ ਡੀਜ਼ਲ ਲਿਆਉਂਦੇ ਆ, ਉਹ 'ਤੇ ਕਿੰਨਾ ਸਾਨੂੰ GST ਪੈ ਰਿਹਾ। ਪੈਟਰੋਲ ਹੈ, ਕਿਸਾਨ ਜੇ ਕੋਲ ਵਰਤ ਰਿਹਾ, ਉਹ 'ਤੇ ਕਿੰਨਾ GST ਪੈ ਰਿਹਾ। ਜੇ ਆਪਾਂ ਕਿਸੇ ਰੋਡ 'ਤੇ ਚੱਲਦੇ ਆ, ਰੋਡ ਦਾ ਟੈਕਸ ਆ, ਕਿ ਹਰ ਚੀਜ਼ ਦਾ ਟੈਕਸ ਭਰ ਰਿਹਾ ਵਾ। ਇੱਕ ਇਨਸਾਨ ਘਰੋਂ ਨਿਕਲਦਾ ਵਾ, ਘਰੋਂ ਨਿਕਲ ਤੋਂ ਬਗੈਰ ਹੀ ਖਾਣ ਪੀਣ ਤੱਕ ਵੀ ਟੈਕਸ ਭਰ ਰਿਹਾ। ਉਹ ਟੈਕਸ ਨੂੰ ਜੇ ਕਿਸਾਨ ਨੂੰ ਬਚਾਉਣਾ ਵਾ, ਉਹ ਸਹੂਲਤ ਆਪਾਂ ਕਨਵਰਟ ਕਰਕੇ ਕਿਸਾਨ ਨੂੰ ਜਿੰਦਾ ਰੱਖ ਸਕਦੇ ਹਾਂ, ਨਾ ਕਿ ਉਹਨੂੰ ਮਾਰਨ 'ਤੇ ਹੀ ਤੁੱਲੇ ਰਵਾਂਗੇ। ਹਾਂਜੀ, ਜਿਵੇਂ ਤੁਸੀਂ ਖਾਦਾਂ ਦੀ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਪੰਜਾਬ ਸਰਕਾਰ ਤੁਹਾਡੇ ਤੱਕ, ਕਿਉਂਕਿ ਝੋਨੇ ਨੂੰ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਖਾਦ ਮੁਹੱਈਆ ਕਰੋਗੀ? ਖਾਦ ਦੀ ਵੀ ਕਿਸੇ ਤਰ੍ਹਾਂ ਮੁਸ਼ਕਲ ਆ ਸਕਦੀ ਆ। ਪਿਛਲੀ ਵਾਰੀ ਤੇ ਕਿਸਾਨਾਂ ਨੂੰ ਇਹ ਵੀ ਬਹੁਤ ਵੱਡੀ ਮਾਰ ਝੱਲਣੀ ਪਈ ਸੀਗੀ। 200 ਤੋਂ 300 ਰੁਪਇਆ ਲੈ ਕੇ ਡਬਲ ਰੇਟ ਦੇ ਵਿੱਚ ਮਹਿੰਗੀ ਖਾਦ ਲੈਣੀ ਪਈ ਸੀ। ਇੱਥੋਂ ਤੱਕ ਕਿ ਹਰਿਆਣੇ ਜਾ ਕੇ ਕਿਸਾਨਾਂ ਟਰਾਲੀਆਂ ਆਪਣੇ ਸੰਦ ਖੜ ਕੇ ਲਿਆਂਦੀ ਸੀ, ਜਿਹੜਾ ਕਿ 4 ਤੋਂ 5000 ਰੁਪਇਆ ਟਰੈਕਟਰ ਦਾ ਤੇਲ ਲੱਗਦਾ ਰਿਹਾ। ਜੇਕਰ ਕਿਸੇ ਨੇ 50 ਬੋਰੀਆਂ ਲੈ ਕੇ ਆਇਆ, ਉੱਥੋਂ ਵੀ ਮਹਿੰਗੀ ਮਿਲੀ। ਉਲਟਾ ਖਰਚਾ ਡੀਜ਼ਲ ਦਾ ਪਿਆ। ਜਿਹੜਾ ਡੀਜ਼ਲ ਦਾ ਖਰਚਾ ਪਿਆ, ਉਹ ਕਿੱਥੋਂ ਨਿਕਲੇਗਾ? ਜਦੋਂ ਫਸਲ ਕਿਸਾਨ ਲੈ ਕੇ ਜਾਂਦਾ, ਕਿਸਾਨ ਨੂੰ ਫਸਲ ਵੱਢਣ ਤੋਂ ਬੀਜਣ ਤੋਂ ਲੈ ਕੇ ਵੱਢਣ ਤੋਂ ਲੈ ਕੇ ਮੰਡੀ ਤੱਕ ਖੜਨ ਤੱਕ ਸਾਰਾ ਭਾਰ ਕਿਸਾਨ 'ਤੇ ਪੈਂਦਾ ਹੈ। ਜੇਕਰ ਕਿਸਾਨ ਨੂੰ ਬਚਾਉਣਾ ਹੋਵੇ ਤਾਂ ਸਿਰਫ ਮੌਜੂਦਾ ਸਰਕਾਰਾਂ ਬਚਾ ਸਕਦੀਆਂ, ਪਰ ਮੌਜੂਦਾ ਸਰਕਾਰਾਂ ਦੀ ਇਹੋ ਜਿਹੀ ਮਖੌਟਾ ਪਹਿਨ ਕੇ ਅੰਦਰ ਖਾਤੇ ਕਿਸਾਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਭਿਆਨਕ ਨਿਕਲ ਸਕਦੇ ਸਿੱਟੇ ਇਸ ਚੀਜ਼ ਦੇ। ਇਸ ਕਰਕੇ ਮੈਂ ਤਾਂ ਇਹੋ ਕਹੂੰਗਾ, ਕਿਸਾਨ ਵੀ ਇਕਜੁੱਟ ਹੋਣ, ਕਿਸਾਨ ਇੱਥੇ ਸਰਕਾਰਾਂ ਵੀ ਬਚਾਉਣ ਇਹਨੂੰ। ਜਿਸ ਤਰ੍ਹਾਂ ਵੀ ਸਰਕਾਰਾਂ ਤੋਂ ਬਗੈਰ ਕੋਈ ਨਹੀਂ ਬਚਾ ਸਕਦਾ। ਜੇਕਰ ਇਹਨਾਂ ਨੇ ਕੋਈ ਸਹੂਲਤ ਨਾ ਦਿੱਤੀ, ਹੁਣ ਕਿੰਨੀਆਂ ਸਟੇਟਾਂ ਦੀ ਮੈਂ ਗੱਲ ਕਰਾਂ, ਜੇਕਰ ਕਿਸਾਨ ਫਸਲ ਵੇਚਣ ਜਾਂਦਾ ਉਹਨੂੰ ਰੇਟ ਪੂਰਾ ਮਿਲਦਾ, ਜੇਕਰ ਉਹ ਬੀਜ ਲੈਣ ਜਾਂਦਾ ਉਹਨੂੰ 75% ਤੱਕ ਸਬਸਿਡੀ ਮਿਲਦੀ ਆ। ਇੱਥੋਂ ਤੱਕ ਕਿ ਕਿਸਾਨ ਆਪਣੀ ਫਸਲ ਵੇਚੀ ਜਿਹੜੀ ਆ ਉਹ ਪੂਰਾ ਰੇਟ ਲੈ ਕੇ, ਜਦ ਉਹ ਆਪਣੇ ਪਸ਼ੂਆਂ ਲਈ ਵੀ ਲੈ ਕੇ ਆਉਂਦਾ ਫੀਡ ਵਗੈਰਾ, ਉਹਨਾਂ ਨੂੰ ਵੀ 75% ਤੱਕ ਸਬਸਿਡੀ ਦਿੰਦੇ ਆ, ਤਾਂ ਜੋ ਸਾਡੇ ਕਿਸਾਨ ਬਚ ਸਕਣ, ਇਹਨਾਂ ਨਾਲ ਲੋੜੀਂਦੇ ਧੰਦੇ ਬਚ ਸਕਣ। ਕਿਸਾਨ ਦਾ ਧੰਦਾ ਦੁੱਧ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਉਹ ਪਾਸੇ ਗੱਲ ਕਰੀਏ, ਦੁੱਧ ਦਾ ਰੇਟ ਵੇਖ ਲਓ ਤੁਸੀਂ। ਇੱਥੇ ਇਹ ਗੱਲ ਕਰ ਲਓ ਵੀ ਜਿਸ ਤਰ੍ਹਾਂ ਮਤਲਬ ਇੱਕ ਦਿਨ ਜਦੋਂ ਇੱਕ ਦਿਨ ਆਪਾਂ ਲੈਣ ਚੱਲਦੇ ਨਾ ਵੰਡ, ਅਗਲੇ ਦਿਨ 100 ਰੁਪਈਆ ਬੋਰੀ ਦਾ ਰੇਟ ਵਧਿਆ ਹੁੰਦਾ। ਤੁਸੀਂ ਦੱਸੋ ਵੀ ਦੁੱਧ ਵੀ ਇਸ ਮੁਕਾਬਲੇ ਰੇਟ ਵੱਧਦਾ? ਕਿੰਨਿਆਂ ਸਾਲਾਂ ਦਾ ਰੇਟ ਉੱਥੇ ਟਿਕਿਆ ਹੋਇਆ, ਕਿਸਾਨ ਕਿਹੜੇ ਪਾਸੇ ਜਾਊਗਾ?
ਅੰਦਰਵੈਰ ਜੀ ਗੱਲ ਕਰੀਏ ਕਿਸਾਨ ਹਰ ਵਾਰੀ ਕਣਕ ਝੋਨੇ ਤੇ ਹੀ ਕਿਉਂ ਅੜਿਆ? ਜੇ ਗੱਲ ਕਰੀਏ ਪਾਣੀ ਦਾ ਲੈਵਲ ਹੀ ਇਸ ਸਮੇਂ ਬਹੁਤ ਜ਼ਿਆਦਾ ਥੱਲੇ ਜਾ ਚੁੱਕਾ ਤੇ ਦੂਜੇ ਪਾਸੇ ਜਿਵੇਂ ਤੁਸੀਂ ਦੱਸਿਆ ਕਿ ਬਿਜਲੀ ਨਹੀਂ ਆ ਰਹੀ, ਕਿਉਂ ਕਿਸਾਨ ਕਣਕ ਝੋਨੇ ਤੇ ਹੀ ਟਿਕਿਆ ਹੋਇਆ? ਕਿਸਾਨ ਕਣਕ ਝੋਨੇ ਤੇ ਇਸ ਕਰਕੇ ਵੱਲ ਸਭ ਟਿਕਿਆ ਹੋਇਆ ਵਾ। ਉੱਥੇ ਹੀ ਗੱਲ ਫੇਰ ਆ ਜਾਣੀ ਹੈ ਵੀ ਜਿਸ ਤਰ੍ਹਾਂ ਜੇਕਰ ਕਿਸਾਨ ਸਬਜ਼ੀ ਬੀਜਦਾ ਹੈ ਤੇ ਉਹਨੂੰ ਬਹੁਤ ਲਿਮਟਿਡ ਬਹੁਤ ਘੱਟ ਪਾਣੀ ਦੇਣਾ ਪੈਂਦਾ ਫਸਲ ਨੂੰ ਵੀ ਮਰ ਨਾ ਜਾਵੇ। ਉਹਨੇ ਜਿਹਨੇ ਵੱਧ ਫਸਲ ਬੀਜੀ ਆ ਸਬਜ਼ੀ ਦੀ ਉਹ 510 ਮਜ਼ਦੂਰ ਲੈ ਕੇ ਫਸਲ ਨੂੰ ਭਰਨ ਜਾਂਦਾ ਹੈ ਤੇ ਬਿਜਲੀ ਆਫਿਸ ਤੋਂ ਮੈਸੇਜ ਆਇਆ ਹੁੰਦਾ ਵੀ ਇੰਨੇ ਵਜੇ ਬੱਤੀ ਆ ਜਾਣੀ ਹੈ। ਉਹ 5 ਬੰਦੇ ਦਿਹਾੜੀ ਤੇ ਖੜ ਕੇ ਸਬਜ਼ੀ ਦੇ ਕਿਨਾਰੇ ਬੈਠ ਜਾਂਦਾ ਤੇ ਬੱਤੀ ਆਉਂਦੀ ਨਹੀਂ ਸਾਰੀ ਦਿਹਾੜੀ ਬੱਤੀ ਨਹੀਂ ਆਉਂਦੀ। ਜਦੋਂ ਬਿਜਲੀ ਦਫ਼ਤਰ ਸੰਪਰਕ ਕਰਦਾ ਉੱਥੋਂ ਉਹਨਾਂ ਨੂੰ ਮੈਸੇਜ ਮਿਲਦਾ ਵੀ ਪਿੱਛੋਂ ਕੱਟ ਆ ਗਿਆ, ਬਿਜਲੀ ਸਪਲਾਈ ਨਹੀਂ ਚੱਲ ਸਕਦੀ। ਉਹਨੂੰ ਸਾਰੀ ਦਿਹਾੜੀ ਪੈ ਗਈ ਮਜ਼ਦੂਰਾਂ ਦੀ। ਦੂਜੀ ਗੱਲ ਫਿਰ ਲੇਬਰ ਤੇ ਆ ਜਾਣੀ ਹੈ। ਜਦੋਂ ਲੇਬਰ ਹੀ ਨਹੀਂ ਹੈਗੀ ਉਹਦੀ ਗੁਡਾਈ ਵੀ ਲੋੜ ਆ, ਉਹਨੂੰ ਭਰਨ ਦੀ ਵੀ ਲੋੜ, ਤੋੜਾਈ ਦੀ ਵੀ ਲੋੜ ਆ। ਤੇ ਜੇਕਰ ਕਰੋਨਾ ਮਹਾਮਾਰੀ ਤਾਂ ਹੈਗੀ ਆ ਤੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਧਰਨਾ ਲਵਾਇਆ ਗਿਆ ਵਾ ਉਹਦਾ ਵੀ ਕਾਰਨ ਹੈਗਾ ਵਾ। ਜਿੱਦਾਂ ਉਹਨਾਂ ਨੇ ਟ੍ਰੇਨਾਂ ਡੱਕੀਆਂ ਸੀਗੀਆਂ ਉੱਥੇ ਉਹਨਾਂ ਦਾ ਫਿਰ ਨੁਕਸਾਨ ਹੋਇਆ ਵੀ ਜਿੱਦਾਂ ਭਾਰਤੀ ਮਜ਼ਦੂਰ ਨਹੀਂ ਆਏ, ਮਤਲਬ ਜਿਹੜਾ ਆਪਣੀ ਬਾਹਰੋਂ ਲੇਬਰ ਆਉਂਦੀ ਆ ਪ੍ਰਵਾਸੀ ਮਜ਼ਦੂਰ ਉਹ ਆਉਂਦੇ ਆ, ਲੇਬਰ ਨਹੀਂ ਆਈ। ਚਲੋ ਉਹਨਾਂ ਨੇ ਇਸ ਕਰਕੇ ਵੀ ਜਿਹੜੀਆਂ ਕਣਕਾਂ ਦੂਜੀਆਂ ਸਬਜ਼ੀਆਂ ਨੂੰ ਇਗਨੋਰ ਕਰਕੇ ਇਸ ਫਸਲ 6 ਮਹੀਨੇ ਵਾਲੀ ਨੂੰ ਬੀਜਣ ਦੀ ਪਹਿਲ ਦਿੰਦੇ ਆ ਵੀ ਕੁਛ ਨਾ ਕੁਛ ਹੱਦ ਤੱਕ ਕਿਸਾਨ ਬਚ ਸਕੇ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਿਸਾਨਾਂ ਦੇ ਵੱਲੋਂ ਟ੍ਰੇਨਾਂ ਡੱਕੀਆਂ ਗਈਆਂ ਸੀ ਜਿਸ ਦਾ ਕਰਕੇ ਕੋਲੇ ਦੀ ਸਮੱਸਿਆ ਵੀ ਕਾਫੀ ਆਈ, ਤਾਂ ਹੁਣ ਬਿਜਲੀ ਨੂੰ ਵੀ ਬਣਾਉਣ ਦੀ ਸਮੱਸਿਆ ਸੀ। ਕੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਨੇ ਜਿਹੜਾ ਇਹ ਫੈਸਲਾ ਲਿਆ ਸੀ ਇਹ ਠੀਕ ਲਿਆ ਸੀਗਾ? ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਇੱਥੇ ਇਹ ਗੱਲ ਕਰਦਾ ਵਾਂ ਵੀ ਲੇਬਰ ਦੀ ਮਾਰ ਪੈਂਦੀ ਆ। ਮੈਂ ਨਰਵੈਰ ਜੀ ਉਹਦੇ ਨਾਲ ਜੇ ਲੇਬਰ ਦੀ ਮਾਰ ਪੈਂਦੀ ਆ ਤਾਂ ਕੋਲੇ ਦੀ ਮਾਰ ਵੀ ਪੈਂਦੀ ਆ, ਬਿਜਲੀ ਵੀ ਬਣਨੀ ਸੀ, ਉਹ ਵੀ ਸਮੱਸਿਆ ਲੰਮੇ ਸਮੇਂ ਤੋਂ ਰਹੀਆਂ। ਜੇ ਕਿਸਾਨ ਨੂੰ ਆਪਣੀ ਲੇਬਰ ਦੀ ਆ ਰਹੀ ਆ ਤਾਂ ਪੂਰਾ ਪੰਜਾਬ ਵੱਸਦਾ ਹੈ ਨਾ। ਪੰਜਾਬ ਦੇ ਵਿੱਚ ਹੋਰ ਵੀ ਲੋਕ ਵੱਸਦੇ, ਉਹਨਾਂ ਨੂੰ ਵੀ ਬਿਜਲੀ ਦੀ ਸਮੱਸਿਆ ਆਈ ਸੀ। ਕਿਸਾਨ ਇਕੱਲਾ ਆਪਣਾ ਨਾ ਵੇਖੇ। ਪਰ ਮੈਂ ਕਹਿੰਦਾ ਵੀ ਕਿਸਾਨ ਨੂੰ ਇਹ ਮੁਸ਼ਕਲ ਝੱਲਣੀ ਕਿਉਂ ਪਈ? ਇੱਥੇ ਗਲਤੀ ਕਿਹਦੀ ਹੈ? ਕੇਂਦਰ ਸਰਕਾਰ ਦੀ ਹੈ। ਜੇਕਰ ਉਹਨੇ ਬਿੱਲ ਇਸ ਤਰ੍ਹਾਂ ਨਾ ਲਾਗੂ ਕੀਤੇ ਹੁੰਦੇ, ਕਿਸਾਨ ਨੂੰ ਮਾਰਨ ਲਈ ਨਾ ਸੋਚਿਆ ਹੁੰਦਾ, ਕਿਸਾਨ ਕੋਈ ਮੂਰਖ ਨਹੀਂ ਆਪਣੇ ਕੰਮ ਛੱਡ ਕੇ ਤੇ 6 ਮਹੀਨੇ ਤੋਂ ਦਿੱਲੀ ਜਾ ਕੇ ਬੈਠਾ ਹੈ, ਭੁੱਖਾਂ ਤੇ ਕੱਟ ਰਿਹਾ। ਇਹ ਕਹਿ ਰਹੇ ਵੀ ਇੱਥੇ ਬਹੁਤ ਲੰਗਰ ਲੱਗੇ ਆ, ਕੀ ਗੱਲ ਚਾਹ ਨੂੰ ਬੈਠੇ ਹੋ? ਇਸ ਕਰਕੇ ਇੱਥੇ ਜਿੱਥੇ ਕਿੱਥੇ ਵੀ ਮੈਂ ਤਾਂ ਕਹੂੰਗਾ ਵੀ ਸਰਕਾਰਾਂ ਦੀ ਨਲਾਇਕੀ ਆ। ਜੇਕਰ ਕਿਸਾਨ ਨੂੰ ਬਚਾਉਣਾ ਚਾਹੁੰਦੀਆਂ ਸਰਕਾਰਾਂ ਤੇ ਸਭ ਕੁਝ ਕਰ ਸਕਦੀਆਂ, ਜੇਕਰ ਇਹਨਾਂ ਨਹੀਂ ਬਚਾਉਣਾ ਤੇ ਫਿਰ ਤੇ ਅੱਜ ਵੀ ਖਤਮ ਤੇ ਕੱਲ ਵੀ ਖਤਮ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਵੀ ਕੱਦੂ ਜਿਹੜੇ ਆ ਉਹ ਹੋ ਜਾਣਗੇ ਜੇ ਸਰਕਾਰ ਬਿਜਲੀ ਪੂਰੀ ਦੇਵੇਗੀ। ਤਾਂ ਇਸ ਸਮੇਂ ਡੀਜ਼ਲ ਪੈਟਰੋਲ ਦੇ ਰੇਟ ਜਿਹੜੇ ਆ ਕਾਫੀ ਵੱਧ ਚੁੱਕੇ ਆ। ਟਰੈਕਟਰਾਂ ਦੇ ਵਿੱਚ ਜਿਵੇਂ ਡੀਜ਼ਲ ਦੀ ਵਰਤੋਂ ਹੁੰਦੀ ਆ ਤਾਂ ਉਹ 88 ਰੁਪਏ 84 ਪੈਸੇ ਜਿਹੜਾ ਡੀਜ਼ਲ ਦਾ ਰੇਟ ਹੋ ਗਿਆ। ਕੀ ਤੁਸੀਂ ਮੰਨਦੇ ਸਰਕਾਰ ਦੀ ਮਨਸ਼ਾ ਕਿਵੇਂ ਦੀ ਆ? ਮਨਸ਼ਾ ਇਸ ਪਾਸੇ ਵੀ ਗਲ ਘੁੱਟਣ ਲਈ ਕਿਸਾਨਾਂ ਨੂੰ ਖਤਮ ਕਰ ਲਈ ਹੈ। ਜੇਕਰ ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਮਿਲੇਗੀ, ਫਸਲ ਦਾ ਰੇਟ ਨਹੀਂ ਪੂਰਾ ਮਿਲੇਗਾ, ਕਿਸਾਨ ਕਿੱਦਾਂ ਬਚੇਗਾ? ਤੁਸੀਂ ਆਪ ਸਿਆਣੇ ਜੇ ਇੰਨਾ ਮਹਿੰਗਾ ਤੇਲ ਫੂਕ ਕੇ ਫਸਲ ਵੇਚਣ ਲੱਗਿਆ ਉਹਨੂੰ ਫਿਰ ਪ੍ਰੋਬਲਮ ਆਉਣੀ, ਮੁਸ਼ਕਲ ਆਉਣੀ ਆ। ਫਿਰ ਆ ਜਿਹੜਾ ਜੋ ਕੁਛ ਵੀ ਆ ਬਿੱਲ ਲਾਗੂ ਕੀਤੇ ਆ ਇਹ ਵੀ ਤਾਂ ਕਿਸਾਨੀ ਖਤਮ ਕਰਨ ਵਾਸਤੇ ਕੀਤੇ ਆ ਨਾ। ਜਿਹੜੇ ਅਡਾਨੀ ਅੰਬਾਨੀ ਵੱਡੇ ਘਰਾਣਿਆਂ ਨੂੰ ਸਹੂਲਤ ਦੇਣ ਵਾਸਤੇ ਮੋਦੀ ਸਰਕਾਰ ਨੇ ਸਭ ਕੁਝ ਕੀਤਾ ਵਾ। ਕਿਸਾਨ ਆਪਣੀ ਮਿਹਨਤ ਕਰਕੇ ਬੱਚੇ ਪਾਲ ਰਿਹਾ। ਅੱਜ ਦੀ ਡੇਟ ਵਿੱਚ ਕਿਸਾਨ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਤੋਂ ਅੱਕ ਚੁੱਕਾ ਹੈ। ਉਹਦੀ ਮਤਲਬ ਜ਼ਮੀਨ ਵੀ ਨਹੀਂ ਵਿਕ ਰਹੀ। ਉਹ ਚਾਹੁੰਦਾ ਹੈ ਵੀ ਮੈਂ ਆਪਣੀ ਜ਼ਮੀਨ ਵੀ ਵੇਚ ਕੇ ਬੱਚਿਆਂ ਨੂੰ ਇਸ ਮੁਲਕ ਤੋਂ ਬਾਹਰ ਘੱਲ ਦੇਵਾਂ ਤਾਂ ਜੋ ਆਪਣਾ ਆਪ ਲੰਘਾ ਸਕਣ। ਨਹੀਂ ਤਾਂ ਆਉਣ ਵਾਲਾ ਸਮਾਂ ਜਦੋਂ ਕਿਸਾਨ ਕੋਲ ਖੇਤੀ ਨਹੀਂ ਬਚੀ ਤਾਂ ਉਹ ਆਪਣੇ ਬੱਚਿਆਂ ਨੂੰ ਪਰਵਰਿਸ਼ ਦੇ ਕੇ ਚੰਗਾ ਪੜ੍ਹਾ ਕੇ ਕੀ ਕਰੇਗਾ, ਕਿੱਥੇ ਖੜੇਗਾ? ਸਰਕਾਰਾਂ ਵੱਲੋਂ ਕੋਈ ਨੌਕਰੀ ਨਹੀਂ ਦਿੱਤੀ ਜਾ ਰਹੀ, ਕੋਈ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਜੇਕਰ ਸਰਕਾਰਾਂ ਨੌਜਵਾਨੀ ਨੂੰ ਸਾਂਭ ਲੈਣ ਤੇ ਕੋਈ ਵੱਡਾ ਮੈਟਰ ਨਹੀਂ ਆ ਵੀ ਇੱਥੇ ਕੋਈ ਪ੍ਰੋਬਲਮ ਆ ਸਕੇ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਸਰਕਾਰਾਂ ਵਾ ਡੀਜ਼ਲ ਦਾ ਪੈਟਰੋਲ ਦਾ ਰੇਟ ਜਿਹੜਾ ਵਾ ਉਹ ਜਿਹੜੇ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਕੀਤਾ ਜਾ ਰਿਹਾ, ਕਿਵੇਂ ਵੇਖਦੇ ਹੋ ਕਿ ਸਰਕਾਰ ਵੱਲੋਂ ਵੱਡੇ ਘਰਾਣਿਆਂ ਦੀ ਹਰ ਲਗਾਤਾਰੀ ਜੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਤਾਂ ਵੱਡੇ ਘਰਾਣਿਆਂ ਦੀ ਹੀ ਜਿਹੜੀ ਆ ਸਪੋਰਟ ਕੀਤੀ ਜਾ ਰਹੀ ਹੈ? ਕਿਸਾਨ ਨਾਲ ਕਿਉਂ ਨਹੀਂ ਵੇਖਿਆ ਜਾ ਰਿਹਾ? 500 ਤੋਂ ਵੱਧ ਜਿਹੜਾ ਦਿੱਲੀ ਦੇ ਵਿੱਚ ਮੌਤਾਂ ਹੋ ਗਈਆਂ। ਉਸ ਦੇ ਵਿੱਚ ਤੁਹਾਨੂੰ ਖੁਦ ਨੂੰ ਪਤਾ ਹੈ ਕਿਸਾਨ ਵਿਚਾਰਾ ਤਾਂ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਤੇ ਇਲੈਕਸ਼ਨ ਫੰਡ ਕਿੱਥੋਂ ਦੇ ਸਕਦਾ? ਜੇਕਰ ਤੁਹਾਡੇ ਸਾਹਮਣੇ ਹਰ ਪਾਸੇ ਰੌਲਾ ਪੈ ਰਿਹਾ ਵੀ ਜਿਹੜਾ ਸਰਕਾਰਾਂ ਵੱਡੇ ਘਰਾਣਿਆਂ ਸਿਰ ਤੇ ਇਲੈਕਸ਼ਨ ਲੜਦੀਆਂ, ਪਾਰਟੀਆਂ ਜਿਹੜੀਆਂ ਸਮਝੌਤੇ ਕਰਕੇ ਲੜਦੀਆਂ, ਕਿਹਾ ਜਾ ਰਿਹਾ। ਇਹ ਪਾਸੇ ਮੈਂ 100% ਗੱਲ ਨਹੀਂ ਕਰ ਸਕਦਾ
ਪਰ ਜੋ ਸੁਣ ਚ ਖਬਰਾਂ ਪੜ੍ਹਨ ਸੁਣ ਚ ਕਰਦੇ ਕਿਸਾਨ ਕੀ ਦੇ ਸਕਦਾ ਹੈ? ਇਲੈਕਸ਼ਨ ਫੰਡ ਦੇ ਸਕਦਾ ਕਿਸਾਨ? ਕਿਸਾਨ ਦੇ ਤਾਂ ਆਪਣੇ ਬੱਚੇ ਨਹੀਂ ਪੜ੍ਹ ਰਹੇ, ਉਹਨਾਂ ਕੋਲ ਫੀਸਾਂ ਨਹੀਂ ਸਕੂਲਾਂ ਦੀਆਂ ਬੱਚਿਆਂ ਦੀਆਂ ਤਾਰ ਰਹੀਆਂ, ਬੱਚੇ ਇਸ ਕਰਕੇ ਉਹਨਾਂ ਨੂੰ ਸਕੂਲੋਂ ਵੀ ਹਟਾਉਣੇ ਪੈ ਰਹੇ ਆ। ਫਸਲਾਂ ਤਬਾਹ ਹੋ ਰਹੀਆਂ। ਜੇਕਰ ਗੱਲ ਕਰੀਏ ਕੁਦਰਤ ਦੀ, ਕੁਦਰਤ ਵੀ ਖਤਮ ਕਰ ਦਿੰਦੀ ਹੈ, ਕਈ ਵਾਰੀ ਪੱਕੀ ਫਸਲ ਨੂੰ ਡੋਬ ਦਿੰਦੀ ਆ, ਗੜੇਮਾਰ ਹੋ ਜਾਂਦੀ ਆ। ਤੇ ਜੇਕਰ ਕਿਸਾਨ ਪਹਿਲੋਂ ਹੀ ਕਰਜ਼ੇ ਦੀ ਪੰਡ ਨਾਲ ਦੱਬਿਆ ਹੋਇਆ ਵਾ, ਉਹਦੀ ਇੱਕ ਫਸਲ ਮਰ ਗਈ, ਉਹ 10 ਸਾਲ ਨਹੀਂ ਉੱਠ ਸਕਦਾ, ਮੈਂ ਗਰੰਟੀ ਦੇ ਸਕਦਾ। ਜੇਕਰ ਇਹਨੂੰ ਆਪਾਂ ਜਿੱਦਾਂ ਕਰਜ਼ਾ ਚੁੱਕ ਲੈਂਦਾ ਕਿਸਾਨ, ਲਿਮਟ ਚੁੱਕ ਲੈਂਦਾ, ਉਹਦੇ ਕੋਲ ਲਿਮਟ ਨਹੀਂ ਤਰਦੀ, ਉਹਦੇ ਵਿਆਜ ਨੂੰ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ, ਉਹਦਾ ਡਿਫਾਲਟਰ ਹੋ ਜਾਂਦਾ ਹੈ। ਇੱਥੋਂ ਤੱਕ ਕਈ ਬੈਂਕ ਵਾਲੇ ਉਹਦੀਆਂ ਫੋਟੋਆਂ ਵੀ ਲਾ ਦਿੰਦੇ ਆ, ਉਹਨੂੰ ਜਜ਼ਬਾਤੀ ਤੌਰ ਤੇ ਵੀ ਜਲੀਲ ਕੀਤਾ ਜਾਂਦਾ ਹੈ। ਇੱਕ ਤਾਂ ਕੁਦਰਤ ਤੌਰ ਤੇ ਮਰ ਗਿਆ, ਖੁਸ਼ੀਆਂ ਕਰਨੀਆਂ ਪੈਂਦੀਆਂ ਬਾਅਦ ਵਿੱਚ, ਖੁਦਕੁਸ਼ੀ ਕਰਨ ਲਈ ਮਜਬੂਰ। ਜਦੋਂ ਚਾਰੇ ਪਾਸਿਓਂ ਘੇਰਿਆ ਗਿਆ, ਆਖਰ ਤਾਂ ਰੱਸਾ ਹੀ ਫੜੇਗਾ ਨਾ ਉਹ। ਜਦੋਂ ਉਹਦਾ ਸਮਾਜ ਦੇ ਵਿੱਚ ਵਿਚਰਨ ਲਈ ਕੋਈ ਬਚਿਆ ਹੀ ਨਾ, ਸਾਰੇ ਪਾਸੇ ਉਹਦੀ ਬੇਇੱਜ਼ਤੀ ਹੋ ਗਈ, ਹਰ ਪਾਸੇ ਉਹਦਾ ਕੋਈ ਬੱਚਾ ਸੈੱਟ ਨਹੀਂ ਹੋਇਆ, ਬੱਚਾ ਪੜ੍ਹ ਨਹੀਂ ਸਕਿਆ, ਬੱਚੇ ਨੂੰ ਕੋਈ ਸਹੂਲਤ ਨਹੀਂ ਮਿਲੀ, ਕੋਈ ਨੌਕਰੀ ਨਹੀਂ ਮਿਲੀ, ਤੇ ਉਹ ਕਿਸਾਨ ਅਕਸਰ ਕਰੇਗਾ ਕੀ? ਲਾਸਟ ਉਹਦਾ ਹਥਿਆਰ ਰੱਸਾ ਬਚਦਾ। ਮੁੜ ਕੇ ਕਹਿੰਦੇ ਕਿਸਾਨ ਖੁਦਕੁਸ਼ੀਆਂ ਕਰਦੇ, ਖੁਦਕੁਸ਼ੀ ਮਜਬੂਰੀ ਵਸ ਹੋ ਕੇ ਕਰਦੇ ਆ। ਜੀ ਅਗਰ ਮੀਂਹ ਪੈ ਜਾਂਦਾ 1-2 ਦਿਨਾਂ ਦੇ ਵਿੱਚ ਤਾਂ ਕੀ ਤੁਹਾਨੂੰ ਲੱਗਦਾ ਕੋਈ ਸੌਖ ਹੋ ਜਾਏਗੀ? ਜੇ ਬੱਤੀ ਘੱਟ ਆ ਰਹੀ ਆ, ਸਰਕਾਰ ਬੱਤੀ ਨਹੀਂ ਦੇ ਰਹੀ, ਮੁਲਾਜ਼ਮਾਂ ਦੀ ਸਮੱਸਿਆ, ਜੇ ਮੀਂਹ ਪੈਂਦਾ ਤਾਂ ਕਿਤੇ ਨਾ ਕਿਤੇ ਕਿਸਾਨ ਦਾ ਹੱਲ ਹੁੰਦਾ ਬਾਰਿਸ਼ ਦੇ ਨਾਲ? ਉਹ ਤਾਂ ਕੁਦਰਤ ਸਾਥ ਦੇਵੇ ਤਾਂ ਜ਼ਰੂਰ ਹੁੰਦਾ ਹੈ, ਫਿਰ ਫਸਲ ਲੱਗ ਸਕਦੀ। ਫਿਰ ਗੱਲ ਫਿਰ ਉੱਥੇ ਲੇਬਰ ਤੇ ਆ ਜਾਣੀ। ਉਹ ਜੇ ਕਿਸਾਨ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ 2 ਵਾਰੀ ਕੱਦੂ ਮਾਰਨਾ ਪੈ ਗਿਆ ਲੇਬਰ ਦਾ ਘਾਟ ਕਰਕੇ, ਉਹ ਵੀ ਤਾਂ ਘੁਆੜਾ ਉਹਦੇ ਸਿਰ ਤੇ ਨਾ। ਇਸ ਕਰਕੇ ਜਿੱਥੇ ਮਤਲਬ ਮੌਜੂਦਾ ਸਰਕਾਰਾਂ ਹੱਲ ਕਰ ਸਕਦੀਆਂ ਨਾ, ਕੁਦਰਤ ਵੀ ਕਰਦੀ ਹੈ, ਪਰ ਮੌਜੂਦਾ ਸਰਕਾਰਾਂ ਦਾ ਵੱਡਾ ਰੋਲ ਆ। ਜੇਕਰ ਸਹੂਲਤਾਂ ਦਿੱਤੀਆਂ ਜਾਣ ਤਾਂ ਫਿਰ ਹੀ ਕੋਈ ਕਿਸਾਨ ਦਾ ਹੱਲ ਹੋ ਸਕਦਾ ਹੈ। ਸੋ ਇਸ ਆਮ ਕਿਸਾਨ ਜੋ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਜੋ 10 ਤਰੀਕ ਆ, 10 ਤਰੀਕ ਤੋਂ ਬਾਅਦ ਸਰਕਾਰ ਨੇ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਗੱਲ ਕਰੀਏ ਕਿਤੇ ਵੀ ਝੋਨਾ ਹੱਲੇ ਸਟਾਰਟ ਨਹੀਂ ਹੋਇਆ। ਉਸ ਦਾ ਕਾਰਨ ਹੈ ਕਿ ਸਰਕਾਰ ਵੱਲੋਂ ਬਿਜਲੀ ਨਹੀਂ ਦਿੱਤੀ ਜਾ ਰਹੀ, ਬਿਜਲੀ ਨੂੰ ਲੈ ਕੇ ਕਾਫੀ ਸਮੱਸਿਆ ਆ ਰਹੀਆਂ। ਦੂਜੇ ਪਾਸੇ ਕਰੋਨਾ ਮਹਾਮਾਰੀ ਕਰਕੇ ਜੋ ਟ੍ਰੇਨਾਂ ਬੰਦ ਸਨ, ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਵਾਪਸ ਨਹੀਂ ਆਏ, ਜਿਸ ਨੂੰ ਲੈ ਕੇ ਕਾਫੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।